ਫੋਤਕੀ ਵਾਲਾ ਕਾਰ ਮੈਦਾਨੇ ਜੰਗ ਬਣ ਗਿਆ। ਕੋਈ ਨਾ ਕੋਈ ਰਿਸ਼ਤੇਦਾਰ ਇਸ ਤਰ੍ਹਾਂ ਦਾ ਹੁੰਦਾ ਜਿਹੜਾ ਸ਼ਰਾਰਤ ਵਿੱਚ ਕਰ ਜਾਣਦਾ। ਜਵਾਨ ਕਹਿੰਦਾ ਮੈਂ ਕੰਮ ਤੇ ਸਾਂ ਤੇ ਅਚਾਨਕ ਮੈਨੂੰ ਪਾਕਿਸਤਾਨੋਂ ਕਾਲ ਆਈ ਕਿ ਇਸ ਤਰ੍ਹਾਂ ਤੇਰੇ ਭਰਾ ਦਾ ਐਕਸੀਡੈਂਟ ਹੋਇਆ ਤੇ ਉਹ ਫੌਤ ਹੋ ਗਿਆ। ਕਹਿੰਦਾ ਪਹਿਲਾਂ ਤੇ ਮੈਨੂੰ ਯਕੀਨ ਹੀ ਕੋਈ ਨਾ ਆਵੇ ਕਿ ਇਸ ਤਰ੍ਹਾਂ ਵੀ ਹੋ ਸਕਦਾ। ਕਹਿੰਦਾ ਜਿਸਲੇ ਘਰਦਿਆਂ ਯਕੀਨ ਦਵਾਇਆ ਕਿ ਸਾਰੇ ਘਰ ਦੇ ਰੋਣ ਲੱਗੇ ਕਿ ਗੱਲ ਸੱਚੀ ਹੈ। ਕਹਿੰਦਾ ਉਸੇ ਟਾਈਮ ਮੈਂ ਕੰਮ ਛੱਡਿਆ, ਮੈਨੂੰ ਸਮਝ ਨਹੀਂ ਸੀ ਆਉਂਦੀ ਵੀ। ਕਹਿੰਦਾ ਮੈਂ ਕੰਮ ਤੇ ਢਾਵਾਂ ਮਾਰ ਕੇ ਤੇ ਰੋਣ ਲੱਗ ਪਿਆ। ਮੈਨੂੰ ਅੱਗੇ ਪਿੱਛੇ ਸਾਰਿਆਂ ਫੜਿਆ ਕਿ ਕੀ ਹੋਇਆ ਤੈਨੂੰ। ਕਹਿੰਦਾ ਮੈਂ ਦੱਸਿਆ ਕਿ ਇਸ ਤਰ੍ਹਾਂ ਮੇਰਾ ਭਾਈ ਜਿਹੜਾ ਉਹਦਾ ਐਕਸੀਡੈਂਟ ਹੋਇਆ ਉਹ ਫੌਤ ਹੋ ਗਿਆ। ਕਹਿੰਦਾ ਮੈਨੂੰ ਕਹਿੰਦੇ ਚੱਲ ਕੋਈ ਨਹੀਂ ਰਿਲੈਕਸ ਕਰ ਤੇ ਬਾਅਦ ਮੈਂ ਕਿਹਾ ਮੈਂ ਘਰ ਚੱਲਾਂ। ਕਹਿੰਦਾ ਜਿਸ ਵੇਲੇ ਮੈਂ ਘਰ ਆਇਆ ਤੇ ਘਰ ਆ ਕੇ ਫੋਨ ਮੈਂ ਕੀਤਾ ਤੇ ਉਹ ਕਹਿੰਦੇ ਨੇ ਕਿ ਗਰਮੀ ਬਹੁਤ ਹੈ ਤੇ ਜਨਾਜ਼ਾ ਕਰਾ ਦਈਏ। ਕਹਿੰਦਾ ਮੈਂ ਕਿਹਾ ਨਹੀਂ ਜਨਾਜ਼ਾ ਨਹੀਂ ਕਰਾਉਣਾ, ਮੈਂ ਆਪੂ ਆਵਾਂਗਾ ਫਿਰ ਜਨਾਜ਼ਾ ਕਰਾਉਣਾ ਹੈ। ਉਹਨਾਂ ਆਖਿਆ ਤੂੰ ਕਿੰਨਾ ਟਾਈਮ ਲਾ ਦੇਂਗਾ। ਉਹਨੇ ਕਿਹਾ ਮੈਂ ਕੋਈ ਟਾਈਮ ਨਹੀਂ ਲਾਉਂਦਾ, ਮੈਂ ਬਸ ਟਿਕਟ ਲੈਣ ਲਿਆ ਤੇ ਹੁਣ ਹੀ ਵਾਇਆ ਦੁਬਈ ਦੇ ਜ਼ਰੀਏ ਮੈਂ ਆ ਜਾਵਾਂਗਾ। ਉਹਨਾਂ ਆਖਿਆ ਹਾਲਾ ਚੱਲ ਸਹੀ ਹੈ ਅਸੀਂ ਇੰਤਜ਼ਾਰ ਕਰ ਲਾਂਗੇ। ਕਹਿੰਦਾ ਅੱਗੋਂ ਮੈਂ ਜਿਹੜਾ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ। ਕਹਿੰਦਾ ਟਿਕਟ ਵੀ ਜਿਹੜੀ ਆ ਮੈਨੂੰ ਜਲਦੀ ਦੀ ਲੱਭ ਗਈ। ਕਹਿੰਦਾ ਜਿਸ ਵੇਲੇ ਮੈਨੂੰ ਮੁੜਾ 에ਅਰਪੋਰਟ ਤੇ ਛੱਡ ਕੇ ਆਇਆ ਮੈਂ ਘਰਦਿਆਂ ਨਾਲ ਰਾਬਤੇ ਵੀ ਸਾਂ। ਕਹਿੰਦਾ ਜੂੰ ਹੀ ਉੱਥੇ ਦੁਬਈ ਪਹੁੰਚਿਆ ਤੇ ਮੈਨੂੰ ਘਰਦਿਆਂ ਨੇ ਕਾਲ ਕੀਤੀ, ਉੱਥੇ ਆਖਦੇ ਨੇ ਕਿ ਇਸ ਤਰ੍ਹਾਂ ਤੇਰਾ ਮਾਮਾ ਆਂਦਾ ਕਿ ਜਨਾਜ਼ਾ ਕਰਾ ਦਈਏ। ਕਹਿੰਦਾ ਮੈਂ ਆਖਿਆ ਨਹੀਂ ਜਨਾਜ਼ਾ ਨਹੀਂ ਕਰਾਉਣਾ, ਜਿੰਨੀ ਦੇਰ ਤੱਕ ਮੈਂ ਨਹੀਂ ਆਉਣਾ ਮੈਂ ਇਸੇ ਵਾਸਤੇ ਤੇ ਆਉਣਾ ਜੇ ਮੈਂ ਆ ਕੇ ਭਰਾ ਦਾ ਮੂੰਹ ਵੀ ਨਹੀਂ ਤੱਕਣਾ। ਉਹਨਾਂ ਆਖਿਆ ਨਹੀਂ ਤੇਰਾ ਮਾਮਾ ਆਂਦਾ ਗਰਮੀ ਬਹੁਤ ਹੈ, ਮੁੜਾ ਬੜਾ ਲੇਟ ਹੋ ਜਾਏਗਾ, ਉੱਥੋਂ ਜਿਸ ਵੇਲੇ ਇਸਲਾਮਾਬਾਦ ਆ ਕੇ ਲਵੇਗਾ ਫਿਰ ਵੀ ਅੱਗੋਂ 4 ਘੰਟੇ ਨੂੰ ਆਉਂਦਿਆਂ ਲੱਗ ਜਾਣਗੇ। ਇਸ ਵਾਸਤੇ ਕਿਉਂ ਬੰਦਿਆਂ ਨੂੰ ਇੰਤਜ਼ਾਰ ਕਰਾਉਂਦੇ ਹੋ, ਬੰਦੇ ਗਰਮੀ 'ਚ ਕਿੱਥੇ ਬਹਿਣ, ਨਾ ਤੁਹਾਡੇ ਘਰ ਪੱਖੇ ਨੇ ਨਾ ਕੋਈ ਜਗ੍ਹਾ ਬਹਿਣ ਦੀ। ਕਹਿੰਦਾ ਮੈਂ ਕਿਹਾ ਤੁਸੀਂ ਮਾਮੇ ਦੀ ਗੱਲ ਛੱਡੋ ਮੈਂ ਬਸ ਆਵਣ ਲੱਗਾ। ਕਹਿੰਦਾ ਇਹ ਫੋਨ ਬੰਦ ਕੀਤਾ ਤੇ ਇੰਨੀ ਦੇਰ ਨੂੰ ਕਰਦਿਆਂ ਫੇਰ ਕਾਲ ਕੀਤੀ ਕਿ ਮਾਮਾ ਤੇਰਾ ਜਾ ਕੇ ਐਲਾਨ ਕਰਾਇਆ ਕਿ ਇਤਨੇ ਵਜੇ ਜਨਾਜ਼ਾ। ਕਹਿੰਦਾ ਮੈਂ ਕਿਹਾ ਮਾਮਾ ਕੌਣ ਹੁੰਦਾ ਕਰਾਉਣ ਵਾਲਾ ਜਨਾਜ਼ਾ, ਮੈਂ ਜੀ ਆਉਣਾ ਪਿਆ, ਮੇਰਾ ਉਹ ਭਰਾ ਫੌਤ ਹੋਇਆ ਉਹ ਕਿਸ ਤਰ੍ਹਾਂ ਕਰਾ ਸਕਦਾ। ਕਹਿੰਦਾ ਮੈਂ ਕਿਹਾ ਮੇਰੀ ਮਾਮੇ ਨਾਲ ਗੱਲ ਕਰਾਓ। ਹਾਂ ਕਹਿੰਦਾ ਜਿਸ ਵੇਲੇ ਮਾਮੇ ਨਾਲ ਗੱਲ ਕੀਤੀ ਉਹਨੇ ਆਖਿਆ ਪੁੱਤਰ ਤੂੰ ਰਹਿਣ ਦੇ, ਕੋਈ ਨਹੀਂ ਮਸਲਾ ਬਣਦਾ, ਬੰਦੇ ਇਤਨੇ ਬੈਠੇ ਨੇ ਜਨਾਜ਼ਾ ਕਰਾਉਣ ਦੇ। ਉਹਨੇ ਕਿਹਾ ਨਹੀਂ ਮਾਮਾ ਕੋਈ ਜਨਾਜ਼ਾ ਨਹੀਂ ਕਰਾਉਣਾ, ਮੈਂ ਆਵਾਂਗਾ ਤੇ ਫੇਰ ਕਰਾਉਣਾ ਹੈ। ਕਹਿੰਦਾ ਮਾਮੇ ਨੇ ਅੱਗੋਂ ਫੋਨ ਜਿਹੜਾ ਉਹ ਬੰਦ ਕਰ ਦਿੱਤਾ। ਕਹਿੰਦਾ ਘਰਦਿਆਂ ਨੂੰ ਮੈਂ ਮੈਸੇਜ ਕੀਤਾ ਕਿ ਇਸ ਤਰ੍ਹਾਂ ਜਿਹੜਾ ਤੁਸੀਂ ਬਿਲਕੁਲ ਵੀ ਜਿਹੜਾ ਜਨਾਜ਼ਾ ਨਹੀਂ ਕਰਾਉਣਾ, ਮੈਂ ਆਉਣ ਲੱਗਾ ਔਰ 1.5-2 ਘੰਟੇ ਦੀ ਫਲਾਈਟ ਹੈ, ਉੱਥੋਂ ਮੈਂ ਕੋਸ਼ਿਸ਼ ਕਰਾਂਗਾ ਜਲਦੀ ਤੋਂ ਮੈਂ ਜਲਦੀ ਪਹੁੰਚਾਂ। ਕਹਿੰਦਾ ਘਰਦਿਆਂ ਨੇ ਫਿਰ ਮੇਰੀ ਗੱਲ ਸੁਣੀ। ਕਹਿੰਦਾ ਮੈਂ ਜਿਸ ਵੇਲੇ ਫਿਰ ਉੱਥੋਂ ਦੁਬਈ ਤੋਂ ਫਲਾਈਟ ਫੜੀ ਕਹਿੰਦਾ ਮੈਨੂੰ ਨਾ ਰੋਣ ਦੀ ਹੋਸ਼ ਹੈ, ਕਹਿੰਦਾ ਇਹਨਾਂ ਦੂਸਰੇ ਚੱਕਰ 'ਚ ਮੈਨੂੰ ਪਾ ਦਿੱਤੇ ਆ। ਕਹਿੰਦਾ ਜਿਉਂ ਹੀ ਮੈਂ ਉੱਥੇ ਇਸਲਾਮਾਬਾਦ ਜਾ ਕੇ ਲੱਥਾਂ ਤੇ ਕਹਿੰਦਾ ਉੱਥੋਂ ਮੈਂ ਆਪੂ ਗਿਆ ਗੱਡੀ ਲੈ ਕੇ। ਕਹਿੰਦਾ ਬਾਕੀ 4 ਘੰਟੇ ਲੱਗਦੇ ਨੇ। ਕਹਿੰਦਾ ਰਾਹ ਟ੍ਰੈਫਿਕ ਵੀ ਬਹੁਤ ਸੀ। ਫਿਰ ਉਹਨਾਂ ਕਾਲ ਕੀਤੀ ਕਿ ਇਸ ਤਰ੍ਹਾਂ ਜਿਹੜਾ ਤੂੰ ਕੀ ਕਰਨਾ ਹੈ, ਬੰਦੇ ਬੜੇ ਇੰਤਜ਼ਾਰ ਕਰ ਰਹੇ ਨੇ, ਇਤਨੀ ਦੇਰ ਨਹੀਂ ਰੱਖ ਸਕਦੇ। ਉਹਨੇ ਕਿਹਾ ਬਸ ਮੈਂ ਰਾਹ 'ਚ ਆਉਣਾ ਪਿਆ, ਹੁਣ ਕਿਉਂ ਪਰੇਸ਼ਾਨ ਹੁੰਦੇ ਹੋ। ਕਹਿੰਦਾ ਬਹਰਹਾਲ ਜਿਸ ਵੇਲੇ ਮੈਂ ਘਰ ਪਹੁੰਚਿਆ ਤੇ ਕਹਿੰਦਾ ਮੈਂ ਰਾਹ 'ਚ ਹੀ ਰੋ ਕੇ ਕਿ ਮੇਰਾ ਭਰਾ ਜਿਹੜਾ ਮੇਰਾ ਦੁਨੀਆ ਤੋਂ ਟੁਰ ਗਿਆ। ਕਹਿੰਦਾ ਮਾਮੇ ਨੇ ਉਂਝ ਹੀ ਹੋਸ਼ ਭੁਲਾ ਦਿੱਤੇ ਸੀ ਕਿ ਜਨਾਜ਼ਾ ਮੈਂ ਕਰਾਉਣ ਲੱਗਾ। ਕਹਿੰਦਾ ਜਿਸ ਵੇਲੇ ਮੈਂ ਘਰ ਪਹੁੰਚਿਆ ਤੇ ਮੈਂ ਚੰਗਾ ਰੋਇਆ, ਅੰਮਾ ਦੇ ਗਲੇ ਲਾ ਕੇ। ਕਹਿੰਦਾ ਮੈਂ ਕਿਹਾ ਅੰਮਾ ਜੀ ਇਹ ਕੀ ਬਣ ਗਿਆ, ਸਾਡੇ ਨਾਲ ਵੱਡਾ ਭਰਾ ਸੀ ਮੇਰਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਕਹਿੰਦਾ ਬਹਰਹਾਲ ਸਾਰੇ ਰੋਂਦੇ ਰਹੇ। ਕਹਿੰਦਾ ਮਾਮਾ ਜਿਹੜਾ ਨਾ ਉਹ ਵੀ ਕੋਲ ਬੈਠਾ ਤੇ ਬੜੀਆਂ ਜ਼ੋਰ ਦੀਆਂ ਢਾਵਾਂ ਲਾ ਕੇ ਤੇ ਰੋਵੇ ਪਿਆ। ਕਹਿੰਦਾ ਮਾਮਾ ਸਭ ਤੋਂ ਜ਼ਿਆਦਾ ਆਵਾਜ਼ ਕੱਢ ਕੇ ਰੋਂਦਾ ਸੀ ਪਿਆ। ਕਹਿੰਦਾ ਮੈਂ ਮਾਮੇ ਵੱਲ ਤੱਕਾਂ ਤੇ ਸਾਰੇ ਬੰਦੇ ਵੀ ਮਾਮੇ ਵੱਲ ਤੱਕਦੇ ਸੀ ਕਿ ਮਾਮਾ ਇੰਨੇ ਜ਼ੋਰਦਾਰ ਰੋਂਦਾ ਪਿਆ। ਕਹਿੰਦਾ ਫਿਰ ਮੈਂ ਮਾਮੇ ਦੇ ਗਲੇ ਲੱਗਿਆ। ਮੈਂ ਕਿਹਾ ਕੋਈ ਨਹੀਂ ਮਸਲਾ। ਕਹਿੰਦਾ ਮਾਮੇ ਨਾਲ ਅੱਗੇ ਸਾਡਾ ਮਸਲਾ ਬਣਿਆ ਸੀ, ਮਾਮੇ ਦੀ ਕੁੜੀ ਦਾ ਰਿਸ਼ਤਾ ਜਿਹੜਾ ਨਾ ਉਹ ਅਸਾਂ ਕੋਈ ਨਹੀਂ ਸੀ ਕੀਤੇ ਆ। ਕਹਿੰਦਾ ਉਸ ਤੋਂ ਚੰਗੀ ਭਲੀ ਸਾਡੀ ਲੜਾਈ ਹੋਈ ਸੀ, ਇੱਕ ਦੂਜੇ ਨੂੰ ਡੰਡੇ ਸੋਟਿਆਂ ਨਾਲ ਮਾਰਿਆ ਸੀ। ਕਹਿੰਦਾ ਉਦੋਂ ਮੈਂ ਬਾਹਰ ਟੁਰ ਗਿਆ ਸਾਂ, ਲੇਕਿਨ ਪਿੱਛੋਂ ਭਰਾ ਨਾਲ ਜਿਹੜਾ ਨਾ ਉਹ ਚੰਗੀ ਭਲੀ ਲੜਾਈ ਹੋਈ ਸੀ ਮਾਮੇ ਦੀ। ਕਹਿੰਦਾ ਮਾਮਾ ਅੰਦਰੂ ਜਿਹੜਾ ਸਾਡੇ ਤੋਂ ਕੋੜ ਖਾਂਦਾ ਸੀ, ਲੇਕਿਨ ਹੁਣ ਉਹ ਫੌਤ ਹੋ ਗਿਆ ਸੀ, ਇਸ ਵਜ੍ਹਾ ਤੋਂ ਆ ਕੇ ਬੈਠਿਆ ਸੀ। ਕਹਿੰਦਾ ਮੇਰੇ ਮਾਮੇ ਵੱਲ ਤੱਕਦਾ ਮੈਂ ਕਿਹਾ ਅੰਦਰੂ ਤੈਨੂੰ ਖੁਸ਼ੀ ਹੋਣੀ ਹੈ ਕਿ ਮੇਰਾ ਭਰਾ ਜਿਹੜਾ ਦੁਨੀਆ ਤੋਂ ਟੁਰ ਗਿਆ। ਲੇਕਿਨ ਕਹਿੰਦਾ ਉਸ ਟਾਈਮ ਮੈਂ ਕੁਝ ਵੀ ਨਹੀਂ ਆਖਿਆ, ਗਲੇ ਲਾ ਕੇ ਮੈਂ ਕਿਹਾ ਚੱਲ ਮਾਮਾ ਹੌਸਲਾ ਕਰ। ਕਹਿੰਦਾ ਅੱਗੂ ਜਿਹੜਾ ਘਰ ਦੇ ਸਾਰੇ ਸੀ ਤੇ ਤਿਆਰੀ ਕੀਤੀ ਸੀ, ਬਸ ਜਨਾਜ਼ਾ ਚੁੱਕਣਾ ਸੀ। ਕਹਿੰਦਾ ਮਾਮਾ ਮੈਨੂੰ ਆਖਦਾ ਕਿ ਤੂੰ ਕਿਹੜੀ ਗੱਲੋਂ ਫੱਡਾ ਪਾਈ ਰੱਖਿਆ ਸਾਡੇ ਨਾਲ ਜਨਾਜ਼ੇ ਦਾ, ਤੂੰ ਕੀ ਕਰ ਲਿਆ ਆ ਕੇ। ਕਹਿੰਦਾ ਮੈਂ ਕਿਹਾ ਮੈਂ ਆ ਕੇ ਭਰਾ ਦਾ ਮੂੰਹ ਤੱਕ ਲਿਆ, ਮੋਢਾ ਦੇ ਲਿਆ, ਅੱਗੂ ਜਨਾਜ਼ਾ ਪੜ੍ਹ ਲਾਂਗਾ। ਕਹਿੰਦਾ ਮਾਮਾ ਦਾ ਆ ਤੂੰ ਜਨਾਜ਼ਾ ਪੜ੍ਹੇਗਾ। ਕਹਿੰਦਾ ਮੈਂ ਕਿਹਾ ਕਿਉਂ ਮੈਂ ਨਹੀਂ ਪੜ੍ਹ ਸਕਦਾ। ਕਹਿੰਦਾ ਅੱਗੂ ਮਾਮਾ ਜਿਹੜਾ ਸਾਰੇ ਬੰਦੇ ਬੈਠੇ, ਜ਼ਨਾਨੀਆਂ ਵੀ ਸਾਰੀਆਂ ਸਾਹਮਣੇ, ਕਹਿੰਦਾ ਸਾਨੂੰ ਰੋਣ ਪਿੱਟਣ ਦਾ ਪਿਆ। ਮਾਮਾ ਕਹਿੰਦਾ ਤੈਨੂੰ ਬੜਾ ਜਨਾਜ਼ਾ ਪੜ੍ਹਨਾ ਆਉਂਦਾ, ਕੋਈ ਆਉਂਦੀ ਵੀ ਆਈ ਸੂਰਤ। ਕਹਿੰਦਾ ਮੈਂ ਕਿਹਾ ਮਾਮਾ ਕਿਸ ਤਰ੍ਹਾਂ ਦੀਆਂ ਗੱਲਾਂ ਤੂੰ ਛੇੜ ਧਰੀਆਂ ਨੇ। ਉਹ ਬੰਦੇ ਵੀ ਸਾਰਿਆਂ ਨੇ ਚੁੱਪ ਕਰ। ਉਹ ਆਂਦਾ ਨਹੀਂ ਇਹਦੇ ਕੋਲ ਪਹਿਲਾਂ ਪੁੱਛੋ ਇਹਨੂੰ ਜਨਾਜ਼ਾ ਆਉਂਦਾ ਵੀ ਹੈ। ਕਹਿੰਦਾ ਮਾਮੇ ਨੇ ਐਸੇ ਤਰ੍ਹਾਂ ਆਖਿਆ। ਕਹਿੰਦਾ ਸਾਰੇ ਬੰਦੇ ਮੇਰੇ ਮੂੰਹ ਵੱਲ ਤੱਕਣ ਲੱਗ ਪਏ। ਕਹਿੰਦਾ ਮੈਂ ਕਿਹਾ ਮਾਮਾ ਜਾ ਆਪਣਾ ਕੰਮ ਕਰ। ਕਹਿੰਦਾ ਮਾਮੇ ਨੂੰ ਨਾ ਮੈਂ ਗਲਤ ਗੱਲ ਕਹਿ ਦਿੱਤੀ। ਕਹਿੰਦਾ ਮਾਮੇ ਦਾ ਮੋੜਾ ਪਿੱਛੇ ਖਲੋਤਿਆ ਸੀ, ਉਹਨੇ ਆ ਕੇ ਨਾ ਮੈਨੂੰ ਗਲਮੇ ਤੋਂ ਫੜ ਲਿਆ। ਕਹਿੰਦਾ ਅੱਗੂ ਮੇਰੇ ਵੀ ਨਾਲ ਐਸੀ ਬੰਦੇ, ਕਹਿੰਦਾ ਅੱਗੂ ਲੜਾਈ ਹੋਣ ਲੱਗ ਪਈ ਉੱਥੇ। ਕਹਿੰਦਾ ਭਰਾ ਦਾ ਜਨਾਜ਼ਾ ਉੱਥੇ ਪਿਆ ਤੇ ਅਸੀਂ ਆਪੇ 'ਚ ਲੜ ਪਏ ਆ। ਕਹਿੰਦਾ ਬੰਦੇ ਸਾਨੂੰ ਛਡਾਣ ਤੇ ਅਸੀਂ ਛੱਡੀਏ ਕੋ ਨਾ। ਕਹਿੰਦਾ ਮਾਮੇ ਦੇ ਮੈਂ ਸਿਰ 'ਚ ਮਾਰਿਆ ਸੋਟਾ ਤੇ ਉਹਦੇ ਸਿਰ 'ਚੋਂ ਖੂਨ ਨਿਕਲਣ ਲੱਗ ਪਿਆ। ਕਹਿੰਦਾ ਉੱਥੇ ਚੰਗੀ ਭਲੀ ਲੜਾਈ ਹੋ ਪਈ। ਕਹਿੰਦਾ ਉਹਦਾ ਮੁੰਡਾ ਘਰੋਂ ਗਿਆ ਤੇ ਉਹਨੇ ਬੰਦੂਕ ਚੁੱਕ ਲਿਆਂਦੀ। ਕਹਿੰਦਾ ਲਿਆ ਕੇ ਉਹਨੇ ਸਿੱਧਾ ਫੈਰ ਮਾਰਿਆ। ਕਹਿੰਦਾ ਮਸਾ ਬਚਿਆ, ਜਾ ਕੇ ਕੰਧ ਨੂੰ ਫੈਰ ਵੱਜਿਆ। ਕਹਿੰਦਾ ਅੰਮਾ ਮੇਰੀ ਰੋਣ ਲੱਗ ਪਈ ਕਿ
ਕੇ ਮੇਰੇ ਪੁੱਤਰ ਦਾ ਇੱਕ ਦਾ ਜਨਾਜ਼ਾ ਘਰ ਪਿਆ, ਤੁਸੀਂ ਦੂਜੇ ਦਾ ਵੀ ਚੁੱਕਣ ਲਿਓ। ਮਾਮਾ ਕਹਿੰਦਾ ਕਿ ਨਹੀਂ, ਇਹਦਾ ਜਨਾਜ਼ਾ ਹੁਣ ਅਸੀਂ ਚੁੱਕਾਂਗੇ ਤਾਂ ਹੀ ਇੱਥੋਂ ਜਾਵਾਂਗੇ, ਇਹਦਾ ਜਨਾਜ਼ਾ ਦੂਸਰੇ ਦਾ ਚੱਲਾ ਨਹੀਂ ਹੈ। ਕਹਿੰਦਾ ਉਹਨਾਂ ਨੇ ਐਡੀ ਬੇਹੁਰਮਤੀ ਕੀਤੀ, ਕਹਿੰਦਾ ਜਨਾਜ਼ੇ ਨੂੰ ਜਿਹੜਾ ਉਹਨਾਂ ਚੁੱਕ ਕੇ ਪੁੱਠਾ ਕਰ ਦਿੱਤਾ। ਕਹਿੰਦਾ ਬੰਦੇ ਸਾਰਿਆਂ ਨੇ ਖੁਦਾ ਦਾ ਖੌਫ ਖਾਓ, ਇਹ ਕਿਹੜਾ ਕੰਮ ਸ਼ੁਰੂ ਕਰ ਦਿੱਤਾ ਹੈ। ਕਹਿੰਦਾ ਉਹਨਾਂ ਦੇ ਅੰਦਰ ਤੇ ਜ਼ਹਿਰ ਸੀ ਕਿ ਉਹਨਾਂ ਦੇ ਘਰੋਂ ਅਸਾਂ ਰਿਸ਼ਤਾ ਨਹੀਂ ਸੀ ਕੀਤਾ। ਕਹਿੰਦਾ ਉਹ ਭਰਾ ਮੇਰਾ ਦਾ ਜਿਸੇ ਸੱਟਿਆ, ਕਹਿੰਦਾ ਮੈਨੂੰ ਵੱਟ ਚੜ ਗਿਆ। ਕਹਿੰਦਾ ਮੈਨੂੰ ਸਮਝ ਨਾ ਮੈਂ ਕੀ ਕਰਾਂ। ਕਹਿੰਦਾ ਮੈਨੂੰ ਬੰਦੇ ਹੱਥ ਪੈਰ ਨਹੀਂ ਸੀ ਮਾਰਨ ਦਿੰਦੇ ਪਏ ਕਿ ਮੈਂ ਅੱਗੇ ਹੋ ਕੇ ਇਹਨਾਂ ਨੂੰ ਫੜਾਂ। ਕਹਿੰਦਾ ਸਾਰੇ ਮੈਨੂੰ ਫੜਨ ਕੇ ਛੱਡ ਦੇ ਲੜਾਈ ਨਹੀਂ ਕਰਨੀ। ਬਹਰਹਾਲ ਕਹਿੰਦਾ ਉੱਥੋਂ ਜਿਹੜਾ ਸਾਰੇ ਬੰਦਿਆਂ ਨੇ ਸਮਝਾਇਆ ਕਿ ਰਹਿ ਜੋ, ਨਾ ਇਸ ਤਰ੍ਹਾਂ ਦੀ ਹਰਕਤ ਕਰੋ। ਕਹਿੰਦਾ ਬਹਰਹਾਲ ਸਾਰੇ, ਮਾਮਾ ਵੀ ਠੰਡਾ ਹੋ ਕੇ ਬਹਿ ਰਿਹਾ, ਮੈਂ ਵੀ ਠੰਡਾ ਹੋ ਕੇ ਬਹਿ ਰਿਹਾ। ਉਹਨਾਂ ਕਿਹਾ ਗੱਲ ਸੁਣੋ, ਜਨਾਜ਼ਾ ਹੋ ਲੈਣ ਦਿਓ, ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕਰਨੀ ਆ ਉਹ ਕਰ ਲਿਓ। ਕਹਿੰਦਾ ਇਤਨਾ ਬੰਦਾ ਆ ਕੇ ਬੈਠੇ ਆ, ਉਹ ਤੱਕਦੇ ਪਏ ਸਾਡਾ ਤਮਾਸ਼ਾ ਕਿ ਇਹ ਅਸੀਂ ਕੀ ਕਰਨ ਲੱਗੇ ਆ। ਕਹਿੰਦਾ ਬਹਰਹਾਲ ਬੰਦੇ ਤੇ ਜਿਹੜੇ ਸਾਰੇ ਉਹ ਨਾਲ ਉੱਠ ਪਏ, ਚਲੋ ਜੀ ਉੱਠੋ ਜੀ ਜਨਾਜ਼ਾ ਚੁੱਕੋ। ਕਹਿੰਦਾ ਅਗੂ ਰੋਣਾ ਕਿੱਥੋਂ ਹੈ। ਕਹਿੰਦਾ ਤੂੰ ਲੜਾਈ ਹੋ ਪਈ ਸੀ ਸਾਡੀ। ਕਹਿੰਦਾ ਬਹਰਹਾਲ ਫਿਰ ਉਹ ਜਨਾਜ਼ਾ ਜਿਸੇ ਚੁੱਕਿਆ, ਕਹਿੰਦਾ ਮਾਮਾ ਵੀ ਨਾਲ ਮੋਢਾ ਪੈ ਦੇ। ਕਹਿੰਦਾ ਮੈਂ ਕਿਹਾ ਮਾਮਾ ਛੱਡ ਦੇ, ਪਰਾਂ ਹੋ ਜਾ, ਤੂੰ ਜਨਾਜ਼ੇ ਨੂੰ ਹੱਥ ਨਾ ਲਾ। ਕਹਿੰਦਾ ਮਾਮਾ ਦਾ ਚੁੱਪ ਕਰ ਜਾ, ਨਹੀਂ ਤੇ ਫਿਰ ਇੱਥੇ ਮੈਂ ਉਹੀ ਕੰਮ ਕਰਾਂਗਾ। ਕਹਿੰਦਾ ਮਾਮਾ ਐਡਾ ਢੀਠ ਹੈ, ਪਹਿਲਾਂ ਉਹਨੂੰ ਸੱਟ ਕੇ ਮੀਅਤ ਨੂੰ, ਫਿਰ ਤੂੰ ਜਿਹੜਾ ਮੋਢਾ ਪਿਆ ਦਿੰਦਾ। ਕਹਿੰਦਾ ਬਹਰਹਾਲ ਉਹ ਬੰਦੇ ਆਖਿਆ ਚੱਲ ਤੂੰ ਚੁੱਪ ਕਰ ਜਾ। ਕਹਿੰਦਾ ਮੈਂ ਸਾਰੇ ਰਾਹ ਜਿਹੜਾ ਨਾ ਉਹ ਮੋਢਾ ਦਿੱਤੀ ਰੱਖਿਆ। ਕਹਿੰਦਾ ਮੈਂ ਕਿਹਾ ਮੈਂ ਨਹੀਂ ਮੋਢਾ ਛੱਡਣਾ। ਕਹਿੰਦਾ ਜਿਸ ਵੇਲੇ ਉੱਥੇ ਪਹੁੰਚੇ ਨਾਲ ਹੋ ਕੇ ਮਾਮਾ ਸਾਰਿਆਂ ਤੋਂ ਅੱਗੇ ਹੋ ਕੇ ਮਿੱਟੀ ਪਿਆ ਪਾਏ। ਕਹਿੰਦਾ ਇੰਝ ਪਿਆ ਲੱਗਦਾ ਸੀ ਕਿ ਖੁਸ਼ੀ ਨਾਲ ਮਿੱਟੀ ਪਿਆ ਪਾਉਂਦਾ। ਕਹਿੰਦਾ ਜਿਸ ਵੇਲੇ ਉਹ ਮਿੱਟੀ ਸ਼ਿੱਟੀ ਪਾ ਰਹੇ ਨੇ ਭਰਾ ਦੀ ਕਬਰ ਤੇ, ਕਹਿੰਦਾ ਚਲੋ ਸ਼ੁਕਰ ਹੈ ਕਿ ਇੱਕ ਨੂੰ ਤੇ ਮਿੱਟੀ ਪਈ ਹੈ। ਕਹਿੰਦਾ ਮੈਂ ਕਿਹਾ ਮਾਮਾ ਬਕਵਾਸ ਨਾ ਕਰ। ਕਹਿੰਦਾ ਬਕਵਾਸ ਤੇ ਤੂੰ ਪਿਆ ਕਰਨੇ, ਹੁਣ ਤੇ ਤੇਰਾ ਭਰਾ ਟੁਰ ਗਿਆ ਜ਼ਮੀਨ 'ਚ, ਹੁਣ ਤੈਨੂੰ ਜਿਹੜਾ ਅਸੀਂ ਜ਼ਮੀਨ 'ਚ ਟੁਰਾਂਗੇ ਤੈਨੂੰ ਅਸੀਂ ਵਾਪਸ ਨਹੀਂ ਜਾਣ ਦਿੰਦੇ। ਕਹਿੰਦਾ ਮੈਂ ਕਿਹਾ ਮਾਮਾ ਚੱਲ ਤੱਕ ਲੈਨੇ ਤੂੰ ਕੀ ਕਰਨੇ। ਕਹਿੰਦਾ ਬਹਰਹਾਲ ਜਿਸ ਵੇਲੇ ਮੈਂ ਘਰ ਆਇਆ ਤੇ ਘਰ ਆ ਕੇ ਅੰਮਾ ਨਾਲ ਫੇਰ ਰੋ ਕੇ ਜ਼ਾਰੀ ਗੱਲ ਘਰ ਹੀ ਸਾਡਾ ਹਾਲ ਹੀ ਹੋ ਗਿਆ। ਕਹਿੰਦਾ ਸਾਨੂੰ ਤੇ ਦਰਦ ਇੰਨਾ ਸੀ, ਤਕਲੀਫ ਇੰਨੀ ਸੀ, ਅਸੀਂ ਤੇ ਕਿਸੇ ਨੂੰ ਦੱਸ ਵੀ ਨਹੀਂ ਸੀ ਸਕਦੇ, ਲੇਕਿਨ ਕਹਿੰਦਾ ਮਾਮੇ ਨੇ ਫੱਡੇ ਹੀ ਹੋਰ ਪਾਏ ਅਸੀਂ। ਕਹਿੰਦਾ ਅੰਮਾ ਰੀ ਕਹਿੰਦੇ ਪੁੱਤਰ ਛੱਡ ਦੇ, ਨਾ ਕਰ, ਤੂੰ ਇਹਦੇ ਨਾਲ ਮੇਰਾ ਭਰਾ ਹੈ, ਜੋ ਵੀ ਕਰ ਐਵੇਂ ਜਿਹੜਾ ਉਹਨੂੰ ਹਫਕੀ ਕਾਲੀ ਹੈ ਰਿਸ਼ਤੇ ਦੀ, ਇਸ ਵਜ੍ਹਾ ਤੂੰ ਐਂ ਉਹਨੇ ਕਿਹਾ ਅੰਮਾ ਇਤਨਾ ਉਹਨੇ ਤਮਾਸ਼ਾ ਲਾ ਦਿੱਤਾ, ਹੁਣ ਉਹ ਪਿਆਦਾ ਕਿ ਕਿਤੇ ਮਿੱਟੀ ਟੁਰ ਗਿਆ ਤੇ ਦੂਸਰੇ ਨੂੰ ਮੈਂ ਮਿੱਟੀ ਟੋਰਾਂਗਾ। ਕਹਿੰਦਾ ਅੰਮਾ ਫਟੋਫਟ ਗਈ, ਜਾ ਕੇ ਭਰਾ ਦੇ ਅੱਗੇ ਹੱਥ ਬੰਨੇ। ਉਹਨੇ ਕਿਹਾ ਖੁਦਾ ਦਾ ਨਾ ਹੀ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੇ, ਤੂੰ ਮੇਰਾ ਸੱਕਾ ਭਰਾ। ਉਹਨੇ ਕਿਹਾ ਮੈਂ ਤੇਰਾ ਭਰਾ ਸ਼ਾ ਕੋ ਨਹੀਂ, ਤੇਰਾ ਦੂਸਰਾ ਮੁੰਡਾ ਵੀ ਜਿਹੜਾ ਇਹਨੂੰ ਵੀ ਅਸੀਂ ਮਿੱਟੀ ਜੀ ਟੋਰ ਕੇ ਰਵਾਂਗੇ, ਇੱਕ ਤੇ ਤੇਰਾ ਕੁਦਰਤ ਵੱਲ ਜਾਂਦਾ ਰਿਹਾ ਤੇ ਇਹ ਵੀ ਜਾਏਗਾ। ਕਹਿੰਦਾ ਅਗੂ ਇਸ ਤਰ੍ਹਾਂ ਦੀਆਂ ਗੱਲਾਂ ਕਰੇ। ਕਹਿੰਦਾ ਮੈਂ ਕਿਹਾ ਮਾਮਾ ਆ ਜਾ ਫਿਰ, ਜੋ ਕੋ ਪਟਣੀ ਪਟ ਲੈ ਫਿਰ। ਕਹਿੰਦਾ ਉੱਥੋਂ ਬੰਦੇ ਸਾਰੇ ਪਿੰਡ ਦੇ ਰੱਲੇ। ਉਹਨਾਂ ਕਿਹਾ ਖੁਦਾ ਦਾ ਨਾਂ ਜੇ ਇਸ ਤਰ੍ਹਾਂ ਦਾ ਕੰਮ ਨਾ ਕਰੋ। ਕਹਿੰਦਾ ਮੈਂ 15 ਦਿਨ ਉੱਥੇ ਰਿਹਾ, 15 ਦਿਨ ਮਾਮਾ ਲਗਾਤਾਰ ਸਾਡੇ ਘਰ ਆਉਂਦਾ ਰਿਹਾ। ਉਹਨੇ ਆਖਿਆ ਕੀ ਗੱਲ ਹੈ ਮੁੜਿਆ, ਬਾਹਰ ਨਹੀਂ ਘਰੋਂ ਪਿਆ ਨਿਕਲਦਾ। ਕਹਿੰਦਾ ਅੰਮਾ ਨੇ ਮੈਨੂੰ ਕਸਮ ਦਿੱਤੀ ਸੀ ਕਿ ਪੁੱਤਰ ਤੂੰ ਮੇਰੀਆਂ ਅੱਖਾਂ ਤੋਂ ਓਲੇ ਨਹੀਂ ਹੋਣਾ, ਜੇ ਤੂੰ ਓਲੇ ਹੋਇਆ ਤੇ ਮੈਂ ਦੁਨੀਆ ਤੋਂ ਹੀ ਜਾਂਦੀ ਰਵਾਂਗੀ। ਕਹਿੰਦਾ ਅੰਮਾ ਦੀ ਕਸਮ ਜਿਹੜੀ ਆ ਮੈਂ ਤੋੜ ਨਹੀਂ ਸੀ ਸਕਦਾ। ਮਾਮਾ ਬਾਰ-ਬਾਰ ਮੈਨੂੰ ਜੋਸ਼ ਦਵਾਉਂਦਾ ਕਿ ਮੁੜਿਆ ਬਾਹਰ ਨਿਕਲਣਾ। ਕਹਿੰਦਾ ਉਹਨਾਂ ਦਾ ਇਰਾਦਾ ਸੀ, ਮੈਨੂੰ ਕਿਸੇ ਬੰਦੇ ਦੱਸਿਆ ਸੀ ਕਿ ਇਹਦੀ ਲੱਤ ਬਾਂਹ ਜਿਹੜੀ ਹੈ ਨਾ ਉਹ ਲਾਜ਼ਮੀ ਤੋੜਨੀ ਹੈ, ਭਾਵੇਂ ਜੋ ਮਰਜ਼ੀ ਹੋ ਜੇ, ਇਹਨੂੰ ਲੰਗੜਾ ਲੂਲਾ ਕਰ ਦਿਓ। ਇੱਕ ਤੇ ਜਾਂਦਾ ਰਿਹਾ, ਦੂਸਰੇ ਨੂੰ ਵੀ ਲੰਗੜਾ ਲੂਲਾ ਕਰੋ ਤਾਂ ਕਿ ਕਿਸੇ ਜੋਗੇ ਵੀ ਨਾ ਰਵਣ, ਇਹ ਨਾ ਬਾਹਰ ਜਾ ਕੇ ਕੰਮ ਕਰ ਸਕੇ ਨਾ ਕਿਰੇ ਸੈੱਟ। ਕਹਿੰਦਾ ਆਪੂ ਤੇ ਘਰ ਹਾਲਤ ਹੀ ਕੋਈ ਨਹੀਂ ਸੀ, ਗੁਰਬਤ ਹੀ ਐਨੀ। ਕਹਿੰਦਾ ਉਹਨਾਂ ਦੀ ਸਤਿਆਨਾਸ਼ ਵੱਜੀ ਸੀ। ਅੰਮਾ ਮੇਰੀ ਆਂਦੀ ਹੈ ਕਿ ਪੁੱਤਰ ਤੂੰ ਨਹੀਂ ਇੱਥੋਂ ਬਾਹਰ ਜਾਣਾ। ਕਹਿੰਦਾ ਉਹਨਾਂ ਮੈਨੂੰ ਬਾਹਰ ਕੋਨਾ ਜਾਂਦਾ। ਕਹਿੰਦਾ ਮੈਂ 15 ਦਿਨ ਘਰ ਰਿਹਾ, ਉਹ ਮੈਨੂੰ ਸਮਝਾਉਂਦੇ ਰਹੇ ਸਾਰੇ ਰਿਸ਼ਤੇਦਾਰ ਵੀ ਕਿ ਪੁੱਤਰ ਤੂੰ ਇਹ ਕੰਮ ਨਹੀਂ ਕਰਨਾ। ਕਹਿੰਦਾ ਬਾਹਰ ਜਿਸ ਵੇਲੇ ਮੇਰਾ ਟਾਈਮ ਆ ਗਿਆ ਮੈਂ ਵਾਪਸ ਆਉਣਾ ਸੀ, ਫਿਰ ਵੀ ਅੰਮਾ ਰੀ ਕਹਿੰਦੇ ਪੁੱਤਰ ਅਸੀਂ ਤੈਨੂੰ ਛੱਡ ਕੇ ਆਵਾਂਗੇ, ਕਿਸੇ ਬੰਦੇ ਨੂੰ ਖਬਰ ਨਹੀਂ ਹੋਣੀ ਚਾਹੀਦੀ। ਕਹਿੰਦਾ ਆਪੂ ਚੋਰੀ ਛੁਪੇ ਜਿਹੜਾ ਰਾਤੀ ਅਸੀਂ ਨਿਕਲੇ ਸਾਂ, ਕਹਿੰਦਾ ਮੈਨੂੰ ਜਿਹੜਾ 에ਅਰਪੋਰਟ ਤੇ ਛੱਡ ਕੇ ਗਏ ਸੀ। ਕਹਿੰਦਾ ਮੈਂ ਜਿਸ ਵੇਲੇ ਇੱਥੇ ਪਹੁੰਚ ਆਇਆ, ਮਾਮਾ ਜਿਹੜਾ ਪਿੱਛੋਂ ਬੜੀਆਂ ਬੜਕਾਂ ਮਾਰਦਾ ਰਿਹਾ। ਘਰ ਜਾ ਕੇ ਮੇਰੀ ਅੰਮਾ ਨੂੰ ਬੜਾ ਉਹਨੇ ਤੰਗ ਕੀਤਾ ਕਿ ਮੁੰਡੇ ਨੂੰ ਨਸਾ ਦਿੱਤੀ ਬੁਜ਼ਦਿਲ ਨੂੰ ਕਿ ਇੱਥੇ ਰਵੇ ਹਾਰਨਾ, ਮੇਰੇ ਨਾਲ ਮੁਕਾਬਲਾ ਕਰੇ ਹਾਰਨਾ। ਕਹਿੰਦਾ ਅੰਮਾ ਕਹਿੰਦੇ ਚੱਲ ਠੀਕ ਹੈ ਭਰਾਵਾ ਤੂੰ ਡਾਡਾ ਤੇ ਅਸੀਂ ਮਾੜੇ। ਕਹਿੰਦਾ ਬਹਰਹਾਲ ਨਾ ਅੰਮਾ ਰਾ ਹੱਥ ਬੰਨੇ ਤੇ ਉਹਨਾਂ ਕਿਹਾ ਠੀਕ ਹੈ ਭਰਾਵਾ ਤੂੰ ਸਾਨੂੰ ਮਾਫ ਕਰ। ਕਹਿੰਦਾ ਲੇਕਿਨ ਮਾਫ ਨਹੀਂ ਕੀਤਾ, ਲਗਾਤਾਰ ਤੰਗ ਕਦੇ ਕਦੇ ਮੀਟਰ ਦੀ ਤਾਰ ਕੱਟ ਦਿੰਦੇ, ਕਦੇ ਕੋਈ ਨਾ ਕੋਈ ਹਰਕਤ ਕਰਦੇ ਰਹਿੰਦੇ ਸੀ। ਲੇਕਿਨ ਕਹਿੰਦਾ ਅੱਲਾ ਦੀ ਐਸੀ ਮਾਰ ਪਈ ਮਾਮੇ ਤੇ ਮਾਮੇ ਨੂੰ ਐਸਾ ਫਾਲਜ ਪਿਆ, ਕਹਿੰਦਾ ਮੰਜੀ ਤੇ ਹੀ ਲੰਮਾ ਪੈ ਰਿਹਾ। ਕਹਿੰਦਾ ਕੋਈ ਮੁੰਡਿਆਂ ਕੋਲ ਇਤਨਾ ਪੈਸਾ ਵੀ ਨਹੀਂ ਸੀ ਹੈ ਕਿ ਉਹ ਜਿਹੜਾ ਉਹਦੇ ਵਾਸਤੇ ਦਵਾਈ ਲੈ ਸਕਣ। ਕਹਿੰਦਾ ਉਹ ਅੱਗੂ ਫਿਰ ਜਿਸ ਵੇਲੇ ਮੇਰੀ ਅੰਮਾ ਕੋਲ ਆਏ, ਆ ਕੇ ਆਂਦੇ ਨੇ ਕਿ ਪੈਸੇ ਸਾਨੂੰ ਦਿਓ, ਦਵਾਈ ਵਾਸਤੇ ਪੈਸੇ ਕੋਈ ਨਹੀਂ। ਕਹਿੰਦਾ ਮਾਮੀ ਜਿਹੜੀ ਹੈ ਮੇਰੀ, ਕਹਿੰਦੇ ਆ ਕੇ ਰੋਵੇ ਕਿ ਉਹ ਮੰਜੀ ਤੇ ਪਿਆ, ਮੁੰਡਾ ਕੋਈ ਦੇਖਭਾਲ ਵੀ ਨਹੀਂ ਕਰਦਾ, ਹਸਪਤਾਲ ਵੀ ਨਹੀਂ ਖੜਦਾ। ਕਹਿੰਦੀ ਅੱਗੂ ਅੰਮਾ ਮੈਨੂੰ ਆਂਦੀ ਹੈ ਕਿ ਪੁੱਤਰ ਤੂੰ ਜਿਹੜਾ ਨਾ ਪੈਸੇ ਟੋਰ, ਤੇਰੇ ਜਿਹੜਾ ਮਾਮੇ ਨੂੰ ਉਹ ਕੋਈ ਇਲਾਜ ਸ਼ਾਜ ਕਰਾ ਦਈਏ। ਕਹਿੰਦਾ ਮੈਂ ਕਿਹਾ ਅੰਮਾ ਉਹ ਕਿਸ ਤਰ੍ਹਾਂ ਇਹਦਾ ਇਲਾਜ ਕਰੇ, ਇਹਨੇ ਸਾਡੇ ਨਾਲ ਕੀ ਕੁਝ ਕੀਤਾ, ਇਹ ਤੇ ਅੱਲਾ ਨੂੰ ਇਹਨੂੰ ਮਾਰ ਪਈ ਹੈ ਤੇ ਤਾਂ ਮੰਜੀ ਤੇ ਪਿਆ। ਉਹਨੇ ਆਖਿਆ ਨਾ ਪੁੱਤਰ ਜੋ ਵੀ ਹੋਵੇ ਨਾ ਤੂੰ ਬਾਰਾ ਮੇਰਾ ਭਰਾ ਵਾ, ਤੂੰ ਪੈਸੇ ਟੋਰ ਤੇ ਅਸਾਂ ਜਿਹੜਾ ਨਾ ਇਹਦਾ ਇਲਾਜ ਕਰਾਉਣਾ ਹੈ। ਕਹਿੰਦਾ ਮੈਂ ਅੰਮਾ ਦੀ ਗੱਲ ਸੁਣ ਕੇ ਫਿਰ ਮੈਂ ਪੈਸੇ ਟੋਰੇ। ਕਹਿੰਦਾ ਮੈਂ ਜਿਸ ਵੇਲੇ ਪੈਸੇ ਟੋਰੇ, ਕਹਿੰਦਾ ਘਰ ਤੇ ਭਰਾਵਾਂ ਨੇ, ਕਹਿੰਦਾ ਅੱਗੋਂ ਜਿਹੜਾ ਮੇਰੇ ਮਾਮੇ ਦੇ ਮੁੰਡੇ ਨੇ ਉਹਨਾਂ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਜਿਹੜਾ ਪੈਸੇ ਟੋਰੇ ਨੇ। ਕਹਿੰਦਾ ਉਹ ਪੈਸੇ ਲੈ ਕੇ ਤੇ ਉਹਨਾਂ ਆਪੂ ਖਾ ਡਾ ਛੜੇ ਤੇ ਮਾਮੇ ਦਾ ਇਲਾਜ ਹੀ ਕੋਨਾ ਕਰਾਇਆ।
ਕਹਿੰਦਾ ਅੱਗੋਂ ਅੰਮਾ ਮੈਨੂੰ ਕਹਿੰਦੇ ਕਿ ਪੁੱਤਰ ਤੂੰ ਪਾਕਿਸਤਾਨ ਆ ਕੇ ਮੇਰੇ ਭਰਾ ਦਾ ਜਿਹੜਾ ਨਾ ਉਹ ਇਲਾਜ ਕਰਾਉਣਾ ਲਾਜ਼ਮੀ। ਕਹਿੰਦਾ ਮੈਂ ਫੇਰ ਪਾਕਿਸਤਾਨ ਆਇਆ, ਆ ਕੇ ਜਿਹੜਾ ਕਹਿੰਦਾ ਉਹਨਾਂ ਨੂੰ ਹਸਪਤਾਲ ਲੈ ਕੇ ਗਏ, ਉੱਥੇ ਚੈੱਕ ਕਰਾਉਂਦੇ ਰਹੇ। ਕਹਿੰਦਾ ਪੂਰਾ ਸਾਲ ਜਿਹੜਾ ਲਗਾਤਾਰ ਪੈਸਾ ਅਸੀਂ ਬਜ਼ਾਤੇ ਖੁਦ ਲਾਉਂਦੇ ਰਹੇ ਹਾਂ। ਕਹਿੰਦਾ ਜਿਸ ਵੇਲੇ ਮਾਮਾ ਥੋੜਾ ਬਿਹਤਰ ਹੋਇਆ, ਕੋਈ ਗੱਲ ਸੁਣਨ ਲੱਗਾ, ਕੋਈ ਮੂੰਹ 'ਚ ਥੋੜੀਆਂ ਬਹੁਤ ਗੱਲਾਂ ਕਰਨ ਲੱਗਾ, ਤੇ ਫਿਰ ਮਾਮੇ ਨੇ ਆਪੂ ਮਾਫੀ ਮੰਗੀ ਕਿ ਇਸ ਤਰ੍ਹਾਂ ਮੈਂ ਗਲਤ ਸਾਂ, ਕਿਉਂਕਿ ਮੈਨੂੰ ਆਪਣੀ ਕੁੜੀ ਦਾ ਗੁੱਸਾ ਸੀ। ਲੇਕਿਨ ਮੁੰਡੇ ਜਿਹੜੇ ਨੇ ਉਹ ਬੜੇ ਖਰਾਬ ਨੇ, ਉਹਨਾਂ ਮੇਰੀ ਬਿਲਕੁਲ ਖਿਦਮਤ ਨਹੀਂ ਕੀਤੀ, ਮੈਂ ਇਹਨਾਂ ਪਿੱਛੇ ਲੜਦਾ ਰਿਹਾ। ਲੇਕਿਨ ਕਹਿੰਦੇ ਮਾਂ ਸੀ, ਫਿਰ ਜ਼ਾਹਿਰੀ ਗੱਲ ਹੈ ਉਹਨੂੰ ਆਪਣਾ ਭਰਾ ਜਿਹੜਾ ਬੜਾ ਅਜ਼ੀਜ਼ ਆਇਆ, ਇਸ ਵਾਸਤੇ ਮੈਨੂੰ ਆਖਿਆ ਸੀ ਨੇ। ਬਹਰਹਾਲ ਇਸ ਤਰ੍ਹਾਂ ਵੀ ਹੁੰਦਾ ਕਿ ਬੰਦੇ ਜਿਹੜੇ ਧੱਕੇ ਨਾਲ ਹੀ ਆਪਣੇ ਤੇ ਲੈ ਜਾਂਦੇ ਨੇ ਸਿਰਦਰਦੀ, ਤੇ ਜਿਹੜੀ ਗੱਲ ਨਹੀਂ ਵੀ ਹੁੰਦੀ। ਲੇਕਿਨ ਰਿਸ਼ਤਾ ਜ਼ਾਹਿਰੀ ਗੱਲ ਹੈ ਕਿਸੇ ਦਾ ਨਸੀਬ ਹੁੰਦਾ, ਹੋ ਜੇ ਨਾ ਹੋ ਜੇ। ਲੇਕਿਨ ਕਹਿੰਦਾ ਮਾਮੇ ਨੇ ਅਸੀਂ ਖੋਰ ਬਣ ਲਈ ਸੀ ਸਾਡੇ ਨਾਲ, ਉਹ ਕਹਿੰਦਾ ਕਿ ਮੈਂ ਨਹੀਂ ਛੱਡਣਾ ਇਹਨਾਂ ਨੂੰ। ਲੇਕਿਨ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ। ਬਾਕੀ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਜਿਹੜਾ ਨਾ ਅਗਰ ਮੇਰੀ ਵੀਡੀਓ ਪੂਰੀ ਦੇਖਦੇ ਹੋ ਤੇ ਲਾਈਕ ਕਰ ਦਿਆ ਕਰੋ, ਲਾਈਕ ਨਾ ਹੋਵੇ ਤੇ ਕਮੈਂਟਸ ਕਰ ਦਿਆ ਕਰੋ, ਕਮੈਂਟਸ ਨਾ ਹੋਵੇ ਤੇ ਸਬਸਕ੍ਰਾਈਬ ਕਰ ਦਿਆ ਕਰੋ ਅਗਰ ਵੀਡੀਓ ਅੱਛੀ ਲੱਗੇ। ਤੇ ਬਾਕੀ ਆਪਣੀ ਸਿਹਤ ਦਾ ਲਾਜ਼ਮੀ ਖਿਆਲ ਰੱਖਿਆ ਕਰੋ।